Welcome to Study for Elvers. I am Ruby. Here we are preparing for Master Cadre Chemistry. ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਤੇ ਇੱਕ ਮਾਸਟਰ ਕੈਡਰ ਕੈਮਿਸਟਰੀ ਦੀ ਤਿਆਰੀ ਜੋ ਹੈ ਚੱਲ ਰਹੀ ਹੈ, ਪ੍ਰੈਪਰੇਸ਼ਨ ਮੈਂ ਕਰਵਾ ਰਹੀ ਹਾਂ। ਇਸ ਚੈਨਲ ਦੇ ਉੱਪਰ ਜੋ ਹੈ 2 ਪਾਰਟਸ ਕੰਪਲੀਟ ਹੋ ਚੁੱਕੇ ਨੇ। ਮੀਨਸ ਪਾਰਟ 1 ਮੀਨਸ ਤੁਹਾਡਾ ਜਿਹੜਾ ਚੈਪਟਰ ਹੈਗਾ ਹੈਲੋਜਨਸ ਵਾਲਾ, ਆਰਗੈਨਿਕ ਕੰਪਾਊਂਡਸ ਜੋ ਹੈਲੋਜਨਸ ਵਾਲਾ, ਉਹ ਚੈਪਟਰ ਕੰਪਲੀਟ ਹੋ ਗਿਆ। ਨੈਕਸਟ ਜੋ ਚੈਪਟਰ ਹੈ ਤੁਹਾਡਾ ਕੋਆਰਡੀਨੇਸ਼ਨ ਕੰਪਾਊਂਡ ਇਸ ਚੈਨਲ ਦੇ ਉੱਪਰ ਚੱਲ ਰਿਹਾ ਹੈ। ਇਹਦਾ ਵੀ ਪਾਰਟ 1 ਕੰਪਲੀਟ ਹੋ ਚੁੱਕਿਆ। ਅੱਜ ਜੋ ਹੈ ਇਸਦਾ ਪਾਰਟ 2 ਰਹਿਣ ਵਾਲਾ ਜੀ। ਠੀਕ ਹੈ, ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਦੈਟ ਤੁਹਾਨੂੰ ਨੋਟੀਫਿਕੇਸ਼ਨ ਜੋ ਹੈ ਟਾਈਮ ਟੂ ਟਾਈਮ ਮਿਲਦੀ ਰਹੇ। ਸੋ ਅੱਜ ਜਿਹੜਾ ਹੈ ਦੇਖੋ ਪਾਰਟ 1 ਦੇ ਵਿੱਚ ਮੈंने ਤੁਹਾਨੂੰ ਕੰਪਲੀਟ ਕਰਵਾਇਆ ਸੀਗਾ ਇੰਟਰੋਡਕਸ਼ਨ ਟੂ ਕੋਆਰਡੀਨੇਸ਼ਨ ਕੰਪਾਊਂਡ ਕਰਵਾ ਦਿੱਤਾ ਸੀ। ਵਰਨਰ ਥਿਊਰੀ, ਲੀਗੈਂਡਸ, ਡੈਂਟੀਸਿਟੀ ਐਂਡ ਚਿਲੇਸ਼ਨ, ਇਹ ਸਾਰੇ ਜੋ ਸੀਗੀਆਂ ਟਰਮਸ ਜਾਂ ਟੌਪਿਕ ਜੋ ਸੀਗੇ ਸਿਲੇਬਸ ਦੇ ਅਕੋਰਡਿੰਗ ਕਰਵਾ ਦਿੱਤੇ ਸੀ। ਅੱਜ ਦਾ ਜਿਹੜਾ ਟੌਪਿਕ ਹੋਏਗਾ ਉਹ ਹੋਏਗਾ ਕੋਆਰਡੀਨੇਸ਼ਨ ਨੰਬਰ ਐਂਡ IUPAC ਨੋਮਨਕਲੇਚਰ। ਮੀਨਸ ਆਰਗੈਨਿਕ ਜਿਹੜੇ ਹੈਗੇ ਨੇ ਇਹ ਕੋਆਰਡੀਨੇਸ਼ਨ ਕੰਪਾਊਂਡ ਜੋ ਹੈਗੇ ਨੇ ਇਹਨਾਂ ਦੀ ਨੇਮਿੰਗ ਕਿਵੇਂ ਹੋਏਗੀ, ਸਟਰਕਚਰ ਨੂੰ ਕਿੱਦਾਂ ਨੇਮ ਕਰਨਾ, ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਲਰਨ ਕਰਨੀਆਂ ਨੇ। ਓਕੇ, ਕੋਆਰਡੀਨੇਸ਼ਨ ਕੰਪਾਊਂਡ ਜੋ ਹੈ ਇਹਦੇ ਵਿੱਚ ਇੱਕ ਇੰਪੋਰਟੈਂਟ ਟੌਪਿਕ ਹੈ ਜੋ ਅੱਜ ਦਾ, ਦੈਟ ਇਜ਼ ਕੋਆਰਡੀਨੇਸ਼ਨ ਨੰਬਰ। ਪ੍ਰੀਵੀਅਸ ਈਅਰ ਦੇ ਵਿੱਚ ਇਹਦੇ ਵਿੱਚੋਂ ਕੁਐਸਚਨਸ ਆਏ ਹੋਏ ਨੇ। ਸੋ ਅੱਜ ਦਾ ਜਿਹੜਾ ਪਾਰਟ ਹੈਗਾ ਕਾਫੀ ਇੰਪੋਰਟੈਂਟ ਰਹੂਗਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹਨੂੰ ਕੰਪਲੀਟ ਦੇਖਿਓ ਵੀਡੀਓ ਨੂੰ। ਲਾਸਟ ਦੇ ਉੱਤੇ ਦੇ ਕੁਐਸਚਨਸ ਜਿਹੜੇ ਨੇ ਉਹ ਡਿਸਕਸ ਕੀਤੇ ਜਾਣਗੇ ਅਤੇ ਕੁਝ ਪ੍ਰੈਕਟਿਸ ਕੁਐਸਚਨ ਵੀ ਹੋਣਗੇ। ਜਿੱਦਾਂ ਤੁਸੀਂ ਦੇਖ ਰਹੇ ਹੋ ਪ੍ਰੀਵੀਅਸ ਈਅਰ ਕੁਐਸਚਨਸ ਨੇ, ਇਹ ਅਸੀਂ ਲਾਸਟ 'ਤੇ ਕਰਾਂਗੇ ਇਹਨਾਂ ਨੂੰ ਸੋਲਵ, ਕਿਉਂਕਿ ਪਹਿਲਾਂ ਅਸੀਂ ਇਹਦੇ ਨਾਲ ਦੀ ਕੀ ਕਰਨੀ ਹੈ, ਥਿਊਰੀ ਪੜ੍ਹਾਂਗੇ, ਫਿਰ ਇਹਨਾਂ ਨੂੰ ਸੋਲਵ ਕਰਾਂਗੇ। ਇੱਥੋਂ ਸਾਡਾ ਟੌਪਿਕ ਸਟਾਰਟ ਹੁੰਦਾ ਹੈ। ਟੌਪਿਕ ਦਾ ਨਾਮ ਹੈ ਕਿ ਹਾਊ ਟੂ ਫਾਈਂਡ ਚਾਰਜ ਆਫ ਅ ਕੰਪਲੈਕਸ ਆਇਨ। ਕੰਪਲੈਕਸ ਆਇਨ ਤੁਹਾਨੂੰ ਦਿਖ ਰਿਹਾ ਹੈ, ਇਹਦੇ ਉੱਪਰ ਤੁਸੀਂ ਚਾਰਜ ਕਿੱਦਾਂ ਫਾਈਂਡ ਕਰਨਾ ਹੈ, ਚਾਰਜ ਕਿਵੇਂ ਫਾਈਂਡ ਕਰਨਾ ਹੈ। ਦੇਖੋ ਇਸ ਕੰਪਲੀਟ ਦੇ ਉੱਤੇ ਚਾਰਜ ਫਾਈਂਡ ਕਰਨਾ ਹੈ। ਇਹਦੇ ਵਿੱਚ ਕੀ ਹੈ, ਨਿਕਲ, ਠੀਕ ਹੈ ਜੀ। ਸੈਕਿੰਡ ਕੀ ਹੈ, NH3। ਓਕੇ, ਇਹਨਾਂ ਦੋਨਾਂ ਦੇ ਜੋ ਵੀ ਚਾਰजेस ਹੁੰਦੇ ਨੇ ਦੋਨੋਂ ਪੁੱਟ ਕਰ ਦਿਓ। ਨਿਕਲ ਦਾ ਹੁੰਦਾ ਹੈ +2 ਐਂਡ NH3 ਦਾ ਹੁੰਦਾ ਹੈ 0। ਦੇਖੋ 6 ਨੇ, ਇਸ ਕਰਕੇ 6 × 0 ਓਵਰਆਲ ਜਿਹੜਾ ਚਾਰਜ ਆ ਗਿਆ ਦੈਟ ਇਜ਼ +2, ਇਸ ਕਰਕੇ ਇਹਦੇ ਉੱਤੇ ਚਾਰਜ ਕਿੰਨਾ ਹੁੰਦਾ ਹੈ, +2। ਓਕੇ ਜੀ, ਨੈਕਸਟ ਐਗਜ਼ਾਮਪਲ ਦੇਖ ਰਹੇ ਹਾਂ ਆਪਾਂ, ਕੋਬਾਲਟ ClNH3 5। ਇਹਦੇ ਉੱਪਰ ਚਾਰਜ ਕਿੰਨਾ ਹੋਊਗਾ, ਇਸ ਕੰਪਲੈਕਸ ਤੇ ਕਿੰਨਾ ਚਾਰਜ ਹੋਊਗਾ। ਕੋਬਾਲਟ ਦੇ ਉੱਪਰ ਹੁੰਦੀ ਹੈ ਵੈਲੈਂਸੀ 3, ਕਲੋਰੀਨ ਦੇ ਉੱਪਰ ਹੁੰਦੀ ਹੈ -1, NH3 ਤੇ ਕਿੰਨੀ ਹੁੰਦੀ ਹੈ 0। ਸੋ ਇਹ ਵੈਲਿਊ ਸਾਰੀਆਂ ਸਬਸਟੀਚਿਊਟ ਕਰਾਂਗੇ ਤਾਂ +2 ਸਾਡੇ ਕੋਲ ਨਿਕਲ ਕੇ ਆਊਗਾ। ਇਟ ਮੀਨਸ ਇਹਦੇ ਉੱਤੇ ਕਿੰਨਾ ਚਾਰਜ ਹੁੰਦਾ ਹੈ, +2 ਚਾਰਜ ਹੁੰਦਾ ਹੈ। ਇਸ ਕੰਪਲੈਕਸ ਤੇ ਤੁਸੀਂ ਦੇਖ ਸਕਦੇ ਹੋ +2 ਚਾਰਜ ਆ ਜਾਊਗਾ। ਸੋ ਸਾਰਿਆਂ ਦੀਆਂ, ਅਗਰ ਤੁਹਾਨੂੰ ਇਹਨਾਂ ਦੇ ਸਾਰਿਆਂ ਦੇ ਚਾਰजेस ਪਤਾ ਨੇ ਦੈਨ ਡੈਫੀਨੇਟਲੀ ਤੁਸੀਂ ਓਵਰਆਲ ਜੋ ਚਾਰਜ ਹੈ ਉਹ ਵੀ ਕੱਢ ਸਕਦੇ ਹੋ। ਠੀਕ ਹੈ ਜੀ। ਨੈਕਸਟ ਹੈ ਹਾਊ ਟੂ ਫਾਈਂਡ ਆਕਸੀਡੇਸ਼ਨ ਨੰਬਰ ਐਂਡ ਆਕਸੀਡੇਸ਼ਨ ਸਟੇਟ। ਦੇਖੋ ਇਹਨੂੰ ਆਕਸੀਡੇਸ਼ਨ ਨੰਬਰ ਵੀ ਕਿਹਾ ਜਾਂਦਾ ਹੈ, ਇਹਨੂੰ ਆਕਸੀਡੇਸ਼ਨ ਸਟੇਟ ਵੀ ਕਿਹਾ ਜਾਂਦਾ ਹੈ, ਦੋਨੋਂ ਨਾਮ ਨਾਲ ਜਾਣ ਸਕਦੇ ਹੋ ਤੁਸੀਂ। ਔਰ ਜਦੋਂ ਵੀ ਇਹਦੀ ਰਿਪਰੈਜ਼ੈਂਟੇਸ਼ਨ ਕਰਨੀ ਹੈ, ਤੁਸੀਂ ਇਹਦਾ ਆਂਸਰ ਕਰਨਾ ਹੈ, ਉਹ ਹਮੇਸ਼ਾ ਜਦੋਂ ਵੀ ਨੇਮ ਦੇਵਾਂਗੇ ਕਿਸੇ ਕੋਆਰਡੀਨੇਸ਼ਨ ਕੰਪਾਊਂਡ ਦਾ, ਉਹ ਹਮੇਸ਼ਾ ਤੁਸੀਂ ਰੋਮਨ ਦੇ ਵਿੱਚ ਲਿਖਣਾ ਹੈ, ਰੋਮਨ ਦੇ ਵਿੱਚ ਹੀ ਲਿਖਿਆ ਜਾਊਗਾ। ਜਦੋਂ ਆਪਾਂ ਇਸ ਦੇ ਵਿੱਚ ਅੱਗੇ ਜਾ ਕੇ ਕੋਆਰਡੀਨੇਸ਼ਨ ਕੰਪਾਊਂਡ ਨੇਮਿੰਗ ਵੀ ਕਰਨੀ ਸੀ ਇਸ ਪਾਰਟ ਦੇ ਵਿੱਚ, ਉਦੋਂ ਅਸੀਂ ਦੇਖਾਂਗੇ ਕਿ ਕੀ ਹੋਏਗਾ, ਰੋਮਨ ਨਿਊਮਰਲ ਦੇ ਵਿੱਚ ਅਸੀਂ ਆਕਸੀਡੇਸ਼ਨ ਸਟੇਟ ਜਿਹੜੀ ਹੈ ਮੈਟਲ ਦੀ ਲਿਖਦੇ ਹਾਂ। ਬਟ ਇੱਥੇ ਕੀ ਹੈ, ਫਾਈਂਡ ਕਿਵੇਂ ਕਰਾਂਗੇ। ਸਪੋਜ਼ ਮੇਰੇ ਕੋਲ ਇਹ ਕੰਪਾਊਂਡ ਹੈ, ਠੀਕ ਹੈ ਜੀ, ਮੇਰੇ ਕੋਲ ਕੀ ਹੈ, ਇਹਦੀ ਮੈंने ਕੀ ਕਰਨੀ ਹੈ, ਫਾਈਂਡ ਆਕਸੀਡੇਸ਼ਨ ਸਟੇਟ ਕਰਨੀ ਹੈ। ਫਾਈਂਡ ਮੀਨਸ ਨਿਕਲ ਦੀ ਮੈंने ਆਕਸੀਡੇਸ਼ਨ ਸਟੇਟ ਫਾਈਂਡ ਕਰਨੀ ਹੈ। ਤਾਂ ਮੈंने ਲੈਟ ਕਰ ਲਿਆ ਕਿ ਜਿਹੜੀ ਇਹਦੀ ਆਕਸੀਡੇਸ਼ਨ ਸਟੇਟ ਹੈ ਉਹ ਕਿੰਨੀ ਹੈ, ਦੈਟ ਇਜ਼ ਅ +2 ਆਕਸੀਡੇਸ਼ਨ ਸਟੇਟ ਹੈ। ਤਾਂ ਤੁਸੀਂ x ਲਿਖੋ, x + 6 ਇੰਟੂ ਕਿੰਨਾ ਆ ਜਾਊਗਾ, 6 × 0 ਪਲੱਸ ਇਕੁਅਲ ਟੂ +2 ਰੱਖ ਲਓਗੇ ਤਾਂ ਕਿੰਨਾ ਆ ਜਾਊ, x + 6 × 0, ਕਿਉਂਕਿ ਸਾਨੂੰ ਪਤਾ ਹੈ ਕਿ ਜੋ ਇਹਦਾ ਚਾਰਜ ਹੈ ਉਹ ਕਿੰਨਾ ਹੁੰਦਾ ਹੈ, ਉਹ x ਹੈ, ਸਾਨੂੰ ਨਹੀਂ ਪਤਾ ਅਮੋਨੀਆ ਦਾ ਕਿੰਨਾ ਹੁੰਦਾ ਹੈ 0, ਬਟ ਓਵਰਆਲ ਚਾਰਜ ਪਤਾ ਹੈ ਸਾਨੂੰ +2। ਸੋ ਇਕੁਏਟ ਕਰ ਲਿਓ, ਇਕੁਏਟ ਕਰਕੇ x ਜੋ ਹੈ 2 ਆ ਜਾਏਗਾ। ਦੈਟ ਮੀਨ ਇੱਥੇ ਜੋ ਹੈ ਨਿਕਲ ਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ, ਦੈਟ ਇਜ਼ 2। ਨੈਕਸਟ ਦੇਖੋ ਕੋਬਾਲਟ ClNH3 5 ਦੀ ਫਾਈਂਡ ਕਰਨੀ ਹੈ, ਸਿਮਿਲਰ ਵੇਚ ਹੋਏਗੀ, ਦੈਟ ਇਜ਼ ਜਿਸ ਦੀ ਤੁਹਾਨੂੰ ਪਤਾ ਕਰਨੀ ਉਹਨੂੰ ਐਕਸਲੈਟ ਕਰ ਲਓ। ਕਲੋਰੀਨ ਦੀ ਹੁੰਦੀ ਹੈ -1, ਅਮੋਨੀਆ ਦੀ ਹੁੰਦੀ ਹੈ 0। ਸੋ ਅੱਜ ਤੁਹਾਨੂੰ ਅਮੋਨੀਆ ਦੇ ਉੱਪਰ ਜੋ ਚਾਰਜ ਉਹ ਪਤਾ ਲੱਗ ਗਿਆ, ਦੈਟ ਇਜ਼ 0, ਨਿਊਟਰਲ ਹੁੰਦਾ ਜੀ ਇਹ। ਤਾਂ ਇਹਨੂੰ ਇਕੁਏਟ ਕਰ ਲਓ, ਇਹਦੇ ਨਾਲ ਇਕੁਏਟ ਕਰਕੇ x ਦੀ ਵੈਲਿਊ ਜਿਹੜੀ ਹੈ +3 ਆ ਜਾਊਗੀ। ਸਿਮਿਲਰ ਕੁਐਸਚਨਸ ਨੇ, ਤੁਸੀਂ ਖੁਦ ਕਰਕੇ ਦੇਖਣੇ ਨੇ, ਆਪਣੇ ਆਪ ਸੋਲਵ ਕਰਨੇ ਨੇ। ਬਸ ਤੁਹਾਨੂੰ ਮੇਨਲੀ ਇਹਦੇ ਵਿੱਚ ਕੀ ਪਤਾ ਹੋਣਾ ਚਾਹੀਦਾ, ਚਾਰजेस।
देखो पोटाशियम का चार्ज पता होना चाहिए, आयरन का चार्ज पता होना चाहिए, CN का चार्ज पता होना चाहिए, साइनाइड, निकल का चार्ज पता होना चाहिए, कोबाल्ट का चार्ज पता होना चाहिए, सॉरी नॉट कोबाल्ट, दिस इज CO, ओके दिस इज CO, दिस इज CO, ओके जी। नैक्सट हैगा नोट करने वाली गल हैगी है, दैट इज़ ये सारे देखो ये की है NH3 का कुछ चार्जिज दिते गए हैं जो थोनों याद होने चाहिए ने, मीनस तुसी लर्न करने ने। NH3 ਆਪਾਂ ਹੁਣੇ ਇੰਨਾ ज़्यादा यूज़ किया हैगा, NH3 का चार्ज 0 होंगे, CN का तुसी लर्न करो -1 होंगे, इन केस EN आ जाता है ਉਹਦਾ 0 ਹੁੰਦਾ है, C2O4 ਦਾ -2 ਹੁੰਦਾ है, CO ਦਾ ਅਗੇਨ 0 ਹੁੰਦਾ है, SO4 ਦਾ -2 ਹੁੰਦਾ है। सो ये कॉमनली यूजड होंगे ने ये सारे एलीमेंट्स, तो तुसी लर्न करना इन्हों, ठीक है जी। ये सारे कंपाउंड जो भी ने यूज होंगे ने, सो इन्हों लर्न करना तुसी। नैक्सट हैगा छोटा जिहा डेफिनेशनस ने दो, दैट इज़ होमोलैप्टिक कॉम्पलैक्सिस किहड़े हुंदे ने, हैट्रोलैप्टिक, वेरी सिंपल, वेरी सिंपल कि जिस दे विच एक तरह का डोनर ग्रुप लग्या हुंदा, देखो एक तरह का डोनर ग्रुप लग्या होया है, इहनूं असीं होमोलैप्टिक कहने आ, जिहदे विच दो तरह के डोनर ग्रुप लगे हुंदे ने, वो हैट्रोलैप्टिक हुंदे ने, वेरी सिंपल। इहदे विच तुसीं देख सकदे हो दो लगे हुए ने, इहदे विच सिर्फ इक्को ही डोनर लग्या होया, सो दिस इज़ होमोलैप्टिक एंड हैट्रोलैप्टिक। नैक्सट है IPSC फॉर्मूलेशन एंड नामनक्लेचर ऑफ कोआर्डीनेशन कंपाउंड। देखो ਜਦੋਂ ਅਸੀਂ ਆਰਗੈਨਿਕ ਪੜ੍ਹਦੇ ਹਾਂ, ਠੀਕ ਹੈ, ਆਰਗੈਨਿਕ ਦੇ ਵਿੱਚ ਕੀ ਹੁੰਦਾ ਹੈ, ਮੇਨਲੀ ਉੱਥੇ ਰੂਲਸ ਹੁੰਦੇ ਨੇ, ਹੈ ਨਾ, ਸਾਰੇ ਰੂਲਸ ਪੜ੍ਹਨੇ ਪੈਂਦੇ ਨੇ ਨੇਮਿੰਗ ਕਰਨ ਵਾਸਤੇ। ਅੱਜ ਅਸੀਂ ਕੋਆਰਡੀਨੇਸ਼ਨ ਕੰਪਾਊਂਡ ਦੀ ਨੇਮਿੰਗ ਕਰਨੀ ਆ, ਸੋ ਉਹਦੇ ਲਈ ਸਾਨੂੰ ਰੂਲਸ ਜਿਹੜੇ ਨੇ ਪੜ੍ਹਨੇ ਪੈਣਗੇ, ਠੀਕ ਹੈ। ਬਹੁਤ ਸ਼ਾਰਟਕਟ ਵੇ ਨਾਲ ਮੈਨੇ ਲਿਖੇ ਨੇ, ਬਹੁਤ ਈਜ਼ੀ ਵੇ ਨਾਲ ਲਿਖੇ ਨੇ, ਸੋ ਦੈਟ ਤੁਹਾਨੂੰ ਈਜ਼ੀਲੀ ਸਮਝ ਵੀ ਆ ਜਾਣਗੇ। ਦੇਖੋ ਕੀ ਹੈਗਾ IPSC ਫਾਰਮੂਲੇਸ਼ਨ ਕਰਨ ਵਾਸਤੇ ਸਾਨੂੰ ਕੀ ਪਤਾ ਹੋਣਾ ਚਾਹੀਦਾ ਹੈ, ਕਹਿੰਦੇ ਫਸਟ ਦੇਖੋ ਦ ਫਾਰਮੂਲਾ ਆਫ ਦ ਕੈਟਾਇਨ ਇਜ਼ ਰਿਟਨ ਫਸਟ। ਜਦੋਂ ਵੀ ਤੁਸੀਂ ਕਿਸੇ ਕੋਆਰਡੀਨੇਸ਼ਨ ਕੰਪਾਊਂਡ ਨੂੰ ਲਿਖੋਗੇ ਤਾਂ ਉਹਦੇ ਵਿੱਚ ਜੋ ਕੈਟਾਇਨ ਹੈ, ਠੀਕ ਹੈ ਜੀ, ਕੈਟਾਇਨ ਦਾ ਜਿਹੜਾ ਫਾਰਮੂਲਾ ਹੈਗਾ ਉਹ ਪਹਿਲਾਂ ਲਿਖਿਆ ਜਾਊਗਾ, ਠੀਕ ਹੈ। ਕੈਟਾਇਨ ਹੁੰਦੇ ਨੇ, ਐਨਾਇਨ ਹੁੰਦੇ ਨੇ, ਉਹਦਾ ਫਾਰਮੂਲਾ ਪਹਿਲਾਂ ਲਿਖਿਆ ਜਾਊਗਾ। ਇਹ ਵਿਦ ਦੀ ਹੈਲਪ ਆਫ ਐਗਜ਼ਾਮਪਲਸ ਮੈਂ ਤੁਹਾਨੂੰ ਸਮਝਾਉਂਗੀ, ਅੱਗੇ ਐਗਜ਼ਾਮਪਲਸ ਵੀ ਹੈਗੀਆਂ ਨੇ। ਕੋਆਰਡੀਨੇਸ਼ਨ ਐਂਟਿਟੀ ਜਿਹੜੀ ਹੁੰਦੀ ਹੈ, ਜਿਹੜੀ ਸਕੁਆਇਰ ਬ੍ਰੈਕਟਸ ਹੁੰਦੀ ਹੈ, ਓਕੇ। ਕੱਲ ਪਾਰਟ 1 ਦੇ ਵਿੱਚ ਡਿਸਕਸ ਕੀਤਾ ਸੀ ਮੈਨੇ, ਜੋ ਸਕੁਆਇਰ ਦੇ ਵਿੱਚ ਹੁੰਦੀ ਹੈ, ਸਕੁਆਇਰ ਬ੍ਰੈਕਟ ਦੇ ਵਿੱਚ ਹੁੰਦੀਆਂ ਨੂੰ ਅਸੀਂ ਕੋਆਰਡੀਨੇਸ਼ਨ ਐਂਟਿਟੀ ਕਹਿੰਦੇ ਹਾਂ, ਓਕੇ ਜੀ। ਇਹਨਾਂ ਨੇ ਇਹੀ ਕਿਹਾ ਕਿ ਇਹਨੂੰ ਹਮੇਸ਼ਾ ਤੁਸੀਂ ਸਕੁਆਇਰ ਬ੍ਰੈਕਟ 'ਚ ਲਿਖਣਾ ਹੈ, ਡੋਂਟ ਯੂਜ਼ ਦਿਸ ਓਪਨ ਬ੍ਰੈਕਟਸ ਲਾਈਕ, ਓਕੇ, ਕਰਵਡ ਬ੍ਰੈਕਟਸ ਨਹੀਂ ਤੁਸੀਂ ਯੂਜ਼ ਕਰਨੇ ਹੈਗੇ। ਨੈਕਸਟ ਹੈਗਾ ਇਨ ਕੋਆਰਡੀਨੇਸ਼ਨ ਐਂਟਿਟੀ। ਹੁਣ ਕੋਆਰਡੀਨੇਸ਼ਨ ਐਂਟਿਟੀ ਸਾਨੂੰ ਪਤਾ ਹੈ ਵੀ ਸਕੁਆਇਰ ਦੇ ਵਿੱਚ ਹੁੰਦੀ ਹੈ, ਤੁਸੀਂ ਪਹਿਲਾਂ ਲਿਖਣਾ ਹੈ ਸੈਂਟਰਲ ਐਟਮ, ਠੀਕ ਹੈ ਜੀ। ਇੱਥੇ ਜਿਹੜੀ ਪਲੇਸ ਹੁੰਦੀ ਹੈ, ਬੁੱਕ ਹੈ ਇਹ ਪਲੇਸ, ਓਕੇ, ਫਿਕਸ ਹੈ ਇਹ ਪਲੇਸ, ਇਹ ਸੈਂਟਰਲ ਐਟਮ ਦੀ ਹੋਏਗੀ। ਇਸ ਤੋਂ ਬਾਅਦ ਜਿਹੜੇ ਨੇ ਇੱਥੇ ਕੀ ਲਿਖਦੇ ਹਾਂ ਅਸੀਂ, ਇੱਥੇ ਲੀਗੈਂਡਸ ਲਿਖੇ ਜਾਂਦੇ ਨੇ, ਓਕੇ ਜੀ। ਇਹ ਪਲੇਸ ਹੁੰਦੀ ਹੈ ਲੀਗੈਂਡਸ ਦੀ, ਵੈਰੀ ਸਿੰਪਲ। ਲੀਗੈਂਡਸ ਰਿਟਨ ਇਨ ਐਲਫਾਬੈਟੀਕਲ ਆਰਡਰ। ਸਪੋਜ਼ ਕਰੋ ਹੁਣ ਤੁਹਾਡੇ ਕੋਲੇ ਦੋ ਲੀਗੈਂਡਸ ਨੇ, ਤੁਸੀਂ ਸੋਚੋਗੇ ਵੀ ਪਹਿਲਾਂ ਕਿਹੜਾ ਲੀਗੈਂਡ ਲਿਖਿਆ ਜਾਵੇ, ਤਾਂ ਦੇਖੋ ਉਹਨਾਂ ਨੂੰ ਐਲਫਾਬੈਟੀਕਲੀ ਤੁਸੀਂ ਲਿਖਣਾ ਹੈਗਾ। ਜਿਵੇਂ ਵਾਟਰ ਪਹਿਲਾਂ ਆਊਗਾ, ਫਿਰ NH3 ਆਊਗਾ, ਫਿਰ NO3 ਆਏਗਾ, SO2 ਨੈਗੇਟਿਵ, ਦਿਸ ਮੀਨਸ ਤੁਸੀਂ ਕਹਿ ਸਕਦੇ ਹੋ ਵੀ ਜੋ H ਤੋਂ ਸਟਾਰਟ ਹੋ ਰਿਹਾ ਪਹਿਲਾਂ ਉਹ ਆਊਗਾ, ਫਿਰ N ਵਾਲੇ ਆ ਸਕਦੇ ਨੇ, ਫਿਰ OS। ਇਸ ਤਰੀਕੇ ਨਾਲ ਐਲਫਾਬੈਟੀਕਲ ਆਰਡਰ ਦੇ ਵਿੱਚ ਲਿਖੇ ਜਾ ਸਕਦੇ ਨੇ। ਹੁਣ ਦੇਖੋ ਦੋ ਦਿੱਤੇ ਹੋਏ ਨੇ ਮੈਨੇ ਲੀਗੈਂਡਸ, ਇੱਕ ਹੈਗਾ NH3, ਦੂਸਰਾ ਹੈਗਾ N2। ਜੇਕਰ ਇਹ ਦੋਨੋਂ ਇਕੱਠੇ ਆ ਜਾਣ ਤਾਂ ਤੁਸੀਂ ਪ੍ਰਾਇੋਰਟੀ ਇਹਨੂੰ ਦੇਣੀ ਹੈ, NH3 ਨੂੰ ਪ੍ਰਾਇੋਰਟੀ ਮਿਲੇਗੀ, ਓਕੇ ਜੀ। ਨੈਕਸਟ ਅਗਰ ਦੋਨੋਂ ਇਹ ਆ ਜਾਣ, ਫਿਰ NH2 ਨੈਗੇਟਿਵ ਐਂਡ NO2 ਨੈਗੇਟਿਵ, ਓਬਵੀਅਸਲੀ ਪ੍ਰਾਇੋਰਟੀ ਇਹਨੂੰ ਮਿਲੂਗੀ। N ਤਾਂ ਸੇਮ ਹੈ, ਉਸ ਤੋਂ ਬਾਅਦ H2 ਦੇਖੋ ਐਂਡ O2 ਦੇਖੋ, H ਪਹਿਲਾਂ ਆਉਂਦਾ, ਇਸ ਕਰਕੇ ਇਹਨੂੰ ਪ੍ਰਾਇੋਰਟੀ ਪਹਿਲਾਂ ਮਿਲੂਗੀ ਅਗਰ ਦੋ ਲੀਗੈਂਡਸ ਆ ਜਾਂਦੇ ਨੇ ਤਾਂ। ਦੇਖੋ ਇਸ ਚੈਪਟਰ ਦੇ ਵਿੱਚ ਤੁਸੀਂ ਬਹੁਤ ਦੇਖੋਗੇ PY ਵਗੈਰਾ ਲਿਖਿਆ ਹੋਊਗਾ, ਸੋ ਇਹਦਾ ਮਤਲਬ ਹੁੰਦਾ ਪਿਰੀਡੀਨ, ਓਕੇ। EN ਦਾ ਮਤਲਬ ਹੁੰਦਾ ਇਥੇਨ 1,2 ਡਾਈ ਅਮਾਈਨ, ਇਹ ਵੀ ਤੁਸੀਂ ਯਾਦ ਰੱਖਣਾ, ਓਕੇ। ਲੀਗੈਂਡਸ ਆਰ ਨੇਮਡ ਫਸਟ ਦੈਨ ਦ ਸੈਂਟਰਲ ਮੈਟਲ ਆਇਨ। ਜਦੋਂ ਤੁਸੀਂ ਨੇਮਿੰਗ ਕਰਨੀ ਆ, ਦੇਖੋ ਲਿਖਿਆ ਤਾਂ ਜਦੋਂ ਅਸੀਂ ਕੋਆਰਡੀਨੇਸ਼ਨ ਕੰਪਾਊਂਡ ਨੂੰ ਲਿਖਦੇ ਹਾਂ, ਠੀਕ ਹੈ ਨਾ, ਲਿਖਦੇ ਕਿੱਦਾਂ ਹੁੰਦੇ, ਇੱਥੇ ਮੈਟਲ ਹੁੰਦਾ, ਇੱਥੇ ਸਾਡੇ ਕੋਲ ਕੀ ਹੁੰਦੇ ਨੇ, ਲੀਗੈਂਡਸ ਹੁੰਦੇ ਨੇ। ਲੀਗੈਂਡਸ ਆਰ ਨੇਮਡ ਫਸਟ ਦੈਨ ਦ ਸੈਂਟਰਲ ਮੈਟਲ ਆਇਨ। ਬਟ ਜਦੋਂ ਅਸੀਂ ਬੋਲਣਾ, ਜਦੋਂ ਅਸੀਂ ਵਰਡਿੰਗ ਦੇ ਵਿੱਚ ਕੋਆਰਡੀਨੇਸ਼ਨ ਕੰਪਾਊਂਡ ਨੇਮਿੰਗ ਲਿਖਾਂਗੇ, ਬੋਲਦੇ ਸਮੇਂ ਜਾਂ ਲਿਖਦੇ ਸਮੇਂ ਸੈਂਟਰਲ ਮੈਟਲ ਨੂੰ ਬਾਅਦ ਵਿੱਚ ਅਨਾਊਂਸ ਕਰਨਾ ਹੈ, ਪਹਿਲਾਂ ਲੀਗੈਂਡਸ ਦੀ ਅਨਾਊਂਸਮੈਂਟ ਕਰਨੀ ਹੈ, ਠੀਕ ਹੈ। ਇਹ ਫਾਰਮੂਲਾ ਲਿਖਣ, ਇਹ ਸਿੰਬੋਲਿਕ ਕਹਿ ਰਹੀ ਹਾਂ, ਇਹ ਵਰਡਿੰਗ ਦੇ ਵਿੱਚ ਕਹਿ ਰਹੀ ਹਾਂ ਮੈਂ, ਠੀਕ ਹੈ ਜੀ। ਵਰਡਿੰਗ ਦੇ ਵਿੱਚ ਉਲਟ ਕਰਨਾ ਹੈ। ਵਿਦ ਦੀ ਹੈਲਪ ਆਫ ਐਗਜ਼ਾਮਪਲ ਸਮਝਾਂਗੇ। ਉਸ ਤੋਂ ਪਹਿਲਾਂ ਐਗਜ਼ਾਮਪਲਸ ਕਰਨ ਤੋਂ ਪਹਿਲਾਂ ਜੋ ਤੁਹਾਨੂੰ ਬਹੁਤ ਇੰਪੋਰਟੈਂਟ ਹੈ, ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ,
ਜੋ ਲੀਗੈਂਡਸ ਨੇ ਮੇਨਲੀ 3 ਤਰ੍ਹਾਂ ਦੇ ਹੁੰਦੇ ਨੇ, ਦੈਟ ਇਜ਼ ਐਨਾਇਨਿਕ, ਕੈਟਾਇਨਿਕ ਐਂਡ ਨਿਊਟਰਲ। ਹੁਣ ਜੋ ਐਨਾਇਨਿਕ ਹੁੰਦੇ ਨੇ, ਠੀਕ ਹੈ ਜੀ, ਅਗਰ ਉਹਨਾਂ ਦੇ ਪਿੱਛੇ ਅਗਰ ਐਸੇ ਲੀਗੈਂਡਸ ਨੇ ਜਿਨ੍ਹਾਂ ਦੇ ਪਿੱਛੇ ਕੀ ਲੱਗਿਆ ਹੋਇਆ ਆਈਡ, ਠੀਕ ਹੈ ਨਾ, ਤਾਂ ਤੁਸੀਂ ਕੋਆਰਡੀਨੇਸ਼ਨ ਕੰਪਾਊਂਡ ਦੀ ਨੇਮਿੰਗ ਵਕਤ ਉਹਨੂੰ ਆਈਡੋ ਲਿਖੋਗੇ। ਓਕੇ ਜੀ, ਅਗਰ ਆਈਟ ਲਿਖਿਆ ਹੋਇਆ ਤਾਂ ਉਹਨੂੰ ਆਈਟੋ ਇਟੋ ਲਿਖੋਗੇ, ਠੀਕ ਹੈ। ਅਗਰ ਏਟ ਲਿਖਿਆ ਹੋਇਆ ਤਾਂ ਉਹਨੂੰ ਏਟੋ ਲਿਖੋਗੇ। ਜਿੱਦਾਂ ਹੁੰਦਾ ਨਾ ਸਲਫੇਟ, ਅਗਰ ਤੁਸੀਂ ਨੇਮਿੰਗ ਕਰ ਰਹੇ ਹੋ, ਲਿਖ ਰਹੇ ਹੋ ਵਰਡਿੰਗ ਦੇ ਵਿੱਚ, ਤਾਂ ਤੁਸੀਂ ਉੱਥੇ ਸਲਫੇਟ ਨਹੀਂ ਸਲਫੇਟੋ ਲਿਖੋਗੇ, ਠੀਕ ਹੈ ਜੀ। ਅੱਗੇ ਹੈਗੇ ਨੇ ਕਟਾਇਨਿਕ। ਕਟਾਇਨਿਕ ਨੂੰ ਜਦੋਂ ਤੁਸੀਂ ਕੋਆਰਡੀਨੇਸ਼ਨ ਕੰਪਾਊਂਡ ਦੀ ਵਰਡਿੰਗ 'ਚ ਲਿਖੋਗੇ ਤਾਂ ਉਹਨਾਂ ਦੇ ਪਿੱਛੇ IUM ਈਐਮ ਲੱਗੇਗਾ, ਠੀਕ ਹੈ ਜੀ, ਈਐਮ ਲੱਗੇਗਾ। ਨੈਕਸਟ ਹੈਗਾ ਨਿਊਟਰਲ। ਜਿਹੜੇ ਨਿਊਟਰਲ ਲੀਗੈਂਡਸ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਕੋਆਰਡੀਨੇਸ਼ਨ ਕੰਪਾਊਂਡ ਲਿਖਦੇ ਵਕਤ ਤੁਸੀਂ ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਕਰਨੀ, ਉਹ ਸੇਮ ਹੀ ਚੱਲੀ ਜਾਏਗੀ, ਠੀਕ ਹੈ ਜੀ। ਹੁਣ ਦੇਖੋ ਐਨਾਇਨਿਕ ਲੀਗੈਂਡਸ ਕਿਹੜੇ ਕਿਹੜੇ ਹੁੰਦੇ ਨੇ। ਐਨਾਇਨਿਕ ਨੂੰ ਅਸੀਂ ਕੀ ਕਹਿੰਦੇ ਹਾਂ, ਨੈਗੇਟਿਵ ਲੀਗੈਂਡਸ ਵੀ ਕਹਿੰਦੇ ਹਾਂ। ਜਦੋਂ ਵੀ ਅਗਰ F ਨੈਗੇਟਿਵ ਹੈ ਉਹਨੂੰ ਕੀ ਕਹੋਗੇ ਤੁਸੀਂ, ਦੈਟ ਇਜ਼ ਫਲੋਰਾਈਡੋ। NO2 ਨੈਗੇਟਿਵ ਨੂੰ ਕੀ ਕਹੋਗੇ, ਨਾਈਟਰਾਈਟੋ N। COO ਨੈਗੇਟਿਵ COO ਨੈਗੇਟਿਵ, ਦਿਸ ਇਜ਼ ਆਕਜ਼ਲੇਟੋ, ਦਿਸ ਇਜ਼ ਥਾਈਸਾਈਨੇਟੋ। ਦੇਖੋ ਪਿੱਛੇ ਆਈਡੋ ਲੱਗ ਰਿਹਾ ਹੈ, ਏਟੋ ਏਟੋ ਆਈਡੋ ਦੈਟ ਇਜ਼ ਏਟੋ ਅਗੇਨ, ਦੈਟ ਇਜ਼ ਅਗੇਨ ਏਟੋ। ਸੋ ਇਸ ਤਰੀਕੇ ਨਾਲ ਮਤਲਬ ਜੋ ਐਨਾਇਨਿਕ ਹੁੰਦੇ ਨੇ ਉਹਨਾਂ ਦੇ ਪਿੱਛੇ ਇਹ ਵਰਡ ਤੁਸੀਂ ਯੂਜ਼ ਕਰਨੇ ਨੇ, ਠੀਕ ਹੈ ਜੀ। ਆ ਬਹੁਤ ਕਾਮਨ ਨੇ, ਦੇਖੋ ਕਲੋਰਾਈਡੋ ਬਹੁਤ ਕਾਮਨ ਹੈ, ਓਕੇ। ONO ਮੀਨਸ ਨਾਈਟ੍ਰੀਟੋ O ਹੋ ਗਿਆ, CN ਨੈਗੇਟਿਵ ਮੀਨਸ ਸਾਈਨੋ ਹੋ ਗਿਆ, ਪਰੋਕਸੋ ਹੋ ਗਿਆ। ਇਹ ਸਾਰੇ ਜਿਹੜੇ ਨੇ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਨੂੰ ਯਾਦ ਕਰਨਾ ਹੈ, ਫਿਰ ਜੋ ਹੈ ਚੈਪਟਰ 'ਚੋਂ ਕੁਛ ਵੀ ਆ ਜਾਏ, ਅਗਰ ਤੁਹਾਨੂੰ ਇਹ ਚੀਜ਼ਾਂ ਲਰਨ ਨੇ ਦੈਨ ਕੋਈ ਵੀ ਚੀਜ਼ ਜਿਹੜੀ ਹੈਗੀ ਉਹ ਲੈਫਟ ਨਹੀਂ ਹੋ ਸਕਦੀ, ਓਕੇ। ਪਹਿਲਾਂ ਇਹਨਾਂ ਨੂੰ ਲਰਨ ਕਰੋ, ਇੱਕ ਇੱਕ ਦੋ ਦੋ ਵਾਰੀ ਰਿਵਾਈਜ਼ ਕਰ ਲਓ, ਬਸ ਲਰਨ ਹੋ ਜਾਣਗੇ। ਦੈਟ ਇਜ਼ ਫੋਸਫਾਈਡੋ ਹੋ ਗਿਆ, ਹਾਈਡਰਾਈਡੋ ਹੋ ਗਿਆ, ਅਮਾਈਡੋ ਹੋ ਗਿਆ, ਥਾਈਓਸਲਫੇਟ ਹੋ ਗਿਆ, ਠੀਕ ਹੈ ਜੀ, ਬ੍ਰੋਮਾਈਡੋ ਹੋ ਗਿਆ, ਸਲਫੇਟੋ ਆ ਦੇਖੋ ਜੋ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਦੈਟ ਇਜ਼ ਸਲਫੇਟੋ। ਐਸੀਟੇਟੋ ਹੋ ਗਿਆ, ਓਗਜ਼ੋ ਹੋ ਗਿਆ, ਅਜ਼ਾਈਡੋ, ਕਾਰਬੋਨੇਟੋ ਐਂਡ ਇਮਾਈਡੋ, ਠੀਕ ਹੈ ਜੀ। ਇਹ ਸਾਰੇ ਐਨਾਇਨਿਕ ਨੇ। ਐਨਾਇਨਿਕ ਦੀ ਕੁਆਂਟਿਟੀ ਜਿਹੜੀ ਹੈ ਦੇਖੋ ਕਾਫੀ ਹੈ, ਓਕੇ। ਐਨਾਇਨਿਕ ਕਾਫੀ ਜ਼ਿਆਦਾ ਨੇ, ਅਤੇ ਜੋ ਅਗਰ ਅਸੀਂ ਕਟਾਇਨਿਕ ਦੀ ਗੱਲ ਕਰੀਏ, ਕਟਾਇਨਿਕ ਬਹੁਤ ਥੋੜ੍ਹੇ ਹੁੰਦੇ ਨੇ, ਮੀਨਸ ਪੋਜ਼ੀਟਿਵ ਲੀਗੈਂਡਸ। ਤੁਸੀਂ ਦੇਖ ਸਕਦੇ ਹੋ NO ਪੋਜ਼ੀਟਿਵ, ਦੇਖੋ ਮੈंने ਕਿਹਾ ਸੀ ਨਾ ਪਿੱਛੇ IUM ਲੱਗ ਜਾਏਗਾ, ਦੈਟ ਇਜ਼ ਨਾਈਟ੍ਰੋਸੋਨੀਅਮ। ਨੈਕਸਟ ਇਜ਼ ਹਾਈਡਰਾਜ਼ੀਨੀਅਮ, ਨਾਈਟ੍ਰੋਨੀਅਮ। ਸੋ ਇਹ ਠੀਕ ਹੈ ਨਾ। ਜਿਹੜੇ ਨੈਗੇਟਿਵ ਵਾਲੇ ਅਸੀਂ ਉੱਪਰ ਕਰੇ ਨੇ ਉਹ ਹਾਈਲੀ ਇੰਪੋਰਟੈਂਟ ਨੇ, ਉਹਨਾਂ ਦੀ ਤੁਸੀਂ ਪ੍ਰੈਕਟਿਸ ਕਰਨੀ ਹੈ। ਨਿਊਟਰਲ ਕਿਹੜੇ ਕਿਹੜੇ ਹੁੰਦੇ ਨੇ ਜੀ, ਦੇਖੋ EN ਨਿਊਟਰਲ ਹੈ, ਓਕੇ। EN ਨਿਊਟਰਲ ਹੈ, ਪਿਰੀਡੀਨ ਨਿਊਟਰਲ ਹੈ, ਓਕੇ। ਇਹ ਸਾਰੇ ਜਿਹੜੇ ਨੇ ਨਿਊਟਰਲ 'ਚ ਆ ਜਾਂਦੇ ਨੇ। ਫੋਸਫੀਨ ਵੀ ਨਿਊਟਰਲ ਹੈ। ਥਾਇਓਕਾਰਬੋਨਿਲ ਜੋ ਹੈ ਇਹ ਵੀ ਨਿਊਟਰਲ 'ਚ ਆ ਗਿਆ। ਇਹ ਸਾਰੇ ਜਿਹੜੇ ਨੇ ਥਾਇਓਜੂਰੀਆ ਇਹ ਵੀ ਨਿਊਟਰਲ 'ਚ ਆ ਗਿਆ। ਡਾਈਪਿਰਿਡੀਲ ਜੋ ਹੈ ਇਹ ਵੀ ਨਿਊਟਰਲ 'ਚ ਆ ਗਿਆ। ਅਸੈਪਸ਼ਨਸ ਕੀ ਨੇ, ਦੇਖੋ ਅਸੈਪਸ਼ਨਸ ਮੀਨਸ ਇਹ ਵੀ ਹੈਗੇ ਤਾਂ ਨਿਊਟਰਲ ਨੇ। ਐਕੁਆ ਜਿਵੇਂ ਦੇਖੋ ਵਾਟਰ ਵੀ ਆ ਗਿਆ, NO ਨਾਈਟ੍ਰੋਸਲ, ਅਮਾਈਨ, ਕਾਰਬੋਨਿਲ, ਇਹ ਕੀ ਨੇ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਅਸੈਪਸ਼ਨਸ ਦੇ ਵਿੱਚ ਆ ਗਏ। ਇਹ ਕੀ ਨੇ, ਇਹਨਾਂ ਸਭ ਦਾ ਜਿਹੜਾ ਚਾਰਜ ਹੈ ਤੁਸੀਂ ਯਾਦ ਰੱਖਣਾ ਉਹ ਕਿੰਨਾ ਹੈ, 0। ਇਹ ਸਭ ਦਾ ਚਾਰਜ ਕਿੰਨਾ ਹੈ, 0, ਓਕੇ। ਸੋ ਇਹਨਾਂ ਨੂੰ ਤੁਸੀਂ ਅਸੈਪਸ਼ਨ 'ਚ, ਕਿਉਂਕਿ ਨਿਊਟਰਲ ਨੇ, ਇਹ ਵੀ ਨਿਊਟਰਲ ਨੇ, ਇਹ ਵੀ ਨਿਊਟਰਲ ਨੇ, ਦਿਸ ਆਲ, ਓਕੇ, ਨਿਊਟਰਲ ਲੀਗੈਂਡਸ। ਅੱਗੇ ਹੈਗਾ ਨੋਟ ਕੀ ਹੈ, ਇਹਦੇ ਵਿੱਚ ਦੱਸਿਆ ਕਿ ਇਫ ਦਾ ਮੈਟਲ ਆਇਨ ਇਜ਼ ਐਨਾਇਨਿਕ, ਜੋ ਸੈਂਟਰ ਦੇ ਉੱਤੇ ਮੈਟਲ ਲੱਗਿਆ ਹੁੰਦਾ ਨਾ, ਇੱਦਾਂ ਆਹ ਚੀਜ਼ ਹੁੰਦੀ ਹੈ, ਜੋ ਇਹ ਮੈਟਲ ਹੈ, ਠੀਕ ਹੈ ਨਾ। ਅਗਰ ਤੁਹਾਨੂੰ ਲੱਗਿਆ ਕਿ ਇਹ ਐਨਾਇਨਿਕ ਹੈ ਦੈਨ ਤਾਂ ਤੁਸੀਂ ਯੂਜ਼ ਕਰੋਗੇ 8। ਕਿਹੜਾ ਵਰਡ ਯੂਜ਼ ਕਰੋਗੇ, 8। ਜੇ ਲੱਗਿਆ ਕਿ ਨਹੀਂ ਇਹ ਕੈਟਾਇਨਿਕ ਹੈ ਦੈਨ ਉਹਨੂੰ ਐਜ਼ ਇਟ ਇਜ਼ ਹੀ ਰਹਿਣ ਦੋਗੇ। ਇਸ ਪੁਆਇੰਟ ਨੂੰ ਚੰਗੀ ਤਰ੍ਹਾਂ ਸੁਣੋ, ਕੀ ਕਿਹਾ ਮੈਨੇ, ਕਿ ਅਗਰ ਐਨਾਇਨਿਕ ਹੈ ਦੈਨ 8 ਵਰਡ ਯੂਜ਼ ਕਰੋਗੇ ਜਦੋਂ ਵੀ ਅਸੀਂ ਕੋਆਰਡੀਨੇਸ਼ਨ ਕੰਪਾਊਂਡ ਦੀ ਨੇਮਿੰਗ ਕਰਾਂਗੇ, ਓਕੇ। ਨੇਮਿੰਗ ਦੌਰਾਨ ਜੇ ਤੁਹਾਨੂੰ ਲੱਗੂਗਾ ਕਿ ਇਹ ਐਨਾਇਨਿਕ ਹੈ ਦੈਨ 8 ਯੂਜ਼ ਕਰੋਗੇ, ਜੇ ਲੱਗੂ ਕੈਟਾਇਨਿਕ ਹੈ ਦੈਨ ਉਹਦਾ ਨੇਮ ਐਜ਼ ਇਟ ਇਜ਼ ਲੈਣਾ, ਠੀਕ ਹੈ ਨਾ। ਜਿੱਦਾਂ ਜੇਕਰ ਤੁਹਾਨੂੰ ਲੱਗਿਆ ਕਿ ਐਨਾਇਨਿਕ ਹੈ ਦੈਨ FE ਹੋ ਗਿਆ, ਜਿੱਦਾਂ ਫੈਰੇਟ ਬਣ ਜੂਗਾ, AU ਉਰੇਟ ਬਣ ਜੂਗਾ, ਠੀਕ ਹੈ ਨਾ, ਕਿਊਪਰੇਟ ਬਣ ਜੂਗਾ, ਦੈਟ ਇਜ਼ ਟੈਨੇਟ ਬਣ ਜੂਗਾ, ਅਰਜਨਟੇਟ ਬਣ ਜੂਗਾ ਅਗਰ ਐਨਾਇਨਿਕ ਹੋਇਆ। ਕੌਣ, ਮੈਟਲ ਆਇਨ, ਓਕੇ। ਦੇਖੋ ਐਗਜ਼ਾਮਪਲਸ ਦੇਖੋ, ਹੁਣ ਸਾਰੇ ਰੂਲਸ ਅਸੀਂ ਪੜ੍ਹ ਲਏ ਨੇ, ਐਗਜ਼ਾਮਪਲਸ ਕਿਵੇਂ ਆਉਣਗੀਆਂ। ਇਹਦੇ ਵਿੱਚ ਕੀ ਦੱਸਿਆ ਹੋਇਆ, ਦੈਟ ਇਜ਼ CONH3 6Cl3। ਇਹਦੇ ਵਿੱਚ ਕੀ ਦਿੱਤਾ ਹੋਇਆ, ਦੇਖੋ ਇਹਦੀ ਨੇਮਿੰਗ ਕਿੱਦਾਂ ਹੋਊਗੀ। ਹੈਕਸਾ, ਦਿਸ ਇਜ਼ ਹੈਕਸਾ, ਓਕੇ। ਹੈਕਸਾ
ਅਮਾਈਨ। ਮੈਨੇ ਕਿਹਾ ਸੀ ਨਾ ਕਿ ਜਦੋਂ ਵੀ ਲਿਖੋਗੇ ਤੁਸੀਂ ਉਦੋਂ ਲੀਗੈਂਡਸ ਨੂੰ ਪਹਿਲਾਂ ਲਿਖਣਾ। ਦੇਖੋ ਇਹਨਾਂ ਨੇ ਲੀਗੈਂਡਸ ਨੂੰ ਪਹਿਲਾਂ ਲਿਖਿਆ ਹੈਗਾ, ਓਕੇ। ਉਸ ਤੋਂ ਬਾਅਦ ਤੁਸੀਂ ਕੋਬਾਲਟ ਲਿਖਣਾ ਹੈ, ਮੀਨਸ ਉਸ ਤੋਂ ਬਾਅਦ ਜੋ ਹੈ ਮੈਟਲ ਦੀ ਟਰਨ ਆਏਗੀ। ਔਰ ਆਕਸੀਡੇਸ਼ਨ ਸਟੇਟ ਮੈਂ ਤੁਹਾਨੂੰ ਉੱਪਰ ਜੋ ਹੈ ਹੁਣੀ ਦੱਸਿਆ ਸੀ ਕਿ ਕਿੱਦਾਂ ਆਕਸੀਡੇਸ਼ਨ ਸਟੇਟ ਅਸੀਂ ਫਾਈਂਡ ਕਰਨੀ ਆ, ਤੇ ਉਹ ਰੋਮਨ ਨੰਬਰ ਦੇ ਵਿੱਚ ਆਏਗੀ। ਤੁਸੀਂ ਫਾਈਂਡ ਕਰ ਸਕਦੇ ਹੋ, ਜੋ ਕੋਬਾਲਟ ਦੀ ਆਕਸੀਡੇਸ਼ਨ ਸਟੇਟ ਆਏਗੀ ਨਾ ਉਹ 3 ਆਏਗੀ, ਓਕੇ ਜੀ। ਸੋ ਦੇਖ ਸਕਦੇ ਹੋ ਤੁਸੀਂ। ਨੈਕਸਟ ਹੈਗਾ ਇਹਦੇ ਵਿੱਚ ਦੈਟ ਇਜ਼ KPTCl5NH3 ਨੈਗੇਟਿਵ। ਇਹਦਾ ਫਾਰਮੂਲਾ ਕੀ ਬਣੇਗਾ, ਦੇਖੋ ਪੋਟਾਸ਼ੀਅਮ। ਦੇਖੋ ਜਿਹੜਾ ਇਹ ਹੈ ਇਹਨੂੰ ਤੁਸੀਂ ਪਹਿਲਾਂ ਲਿਖ ਸਕਦੇ ਹੋ, ਜੋ ਬ੍ਰੈਕਟ ਤੋਂ ਬਾਹਰ ਹੈ ਉਹ ਪਹਿਲਾਂ ਆ ਸਕਦਾ ਹੈ, ਬਟ ਉੱਥੇ ਜੋ ਰੂਲ ਸੀ ਉਹ ਇਹ ਸੀ ਕਿ ਐਂਟਿਟੀ ਦੇ ਅੰਦਰ ਦੀ ਗੱਲ ਕੀਤੀ ਗਈ ਸੀ, ਇਹ ਐਂਟਿਟੀ ਦੇ ਅੰਦਰ ਨਹੀਂ ਹੈ, ਓਕੇ। ਐਂਟਿਟੀ ਦੇ ਅੰਦਰ ਵਾਲੀ ਚੀਜ਼ ਨੂੰ ਦੇਖੋ, ਹੁਣ ਦੇਖੋ ਅਮਾਈਨ ਲਿਖਿਆ ਨੇ, ਓਕੇ। ਫਿਰ ਕੀ ਲਿਖਿਆ, ਦੈਟ ਇਜ਼ ਪੈਂਟਾ ਕਲੋਰਾਈਡੋ, ਦੇਖੋ ਕਲੋਰਾਈਡੋ, ਓਕੇ। ਯੂਜ਼ ਹੋ ਗਿਆ ਨਾ ਐਨਾਇਨਿਕ ਲੀਗੈਂਡ, ਕਲੋਰਾਈਡੋ ਬਣ ਗਿਆ। ਨੈਕਸਟ ਇਜ਼ ਪਲੈਟੀਨੇਟ, ਕੀ ਬਣ ਗਿਆ, ਪਲੈਟੀਨੇਟ। ਹੁਣ ਤੁਹਾਨੂੰ ਪਤਾ ਹੈ ਨਾ ਕਿ ਜੋ ਪਲੈਟੀਨਮ ਹੈ, ਜੋ ਮੈਟਲ ਹੈ, ਇਹ ਐਨਾਇਨਿਕ ਹੈ। ਤੁਹਾਨੂੰ ਦੱਸਿਆ ਸੀ ਕਿ ਜੇ ਇਹ ਐਨਾਇਨਿਕ ਹੋਏਗਾ ਤਾਂ ਇਹਦਾ ਜਿਹੜਾ ਮਤਲਬ ਜੋ ਇਹਦੀ ਸੈਂਸ ਹੈਗੀ ਆ ਕਿੱਦਾਂ ਚੇਂਜ ਹੋ ਜੂਗੀ, ਪਲੈਟੀਨੇਟ ਦੇ ਵਿੱਚ। ਐਂਡ ਇਹਦੀ ਆਕਸੀਡੇਸ਼ਨ ਸਟੇਟ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਨੈਕਸਟ ਦੇਖੋ ਜੋ ਹੈ ਦੈਟ ਇਜ਼ ਦਿਸ, ਇਹਦੇ ਵਿੱਚ ਕੀ ਹੈ, ਐਂਟਿਟੀ ਦੇ ਅੰਦਰ ਹੈ ਨਾ, ਪਹਿਲਾਂ ਇਹਨੂੰ ਲਿਖਿਆ ਜਾਊਗਾ, ਦੈਟ ਇਜ਼ ਟੈਟਰਾ। ਇਹਦਾ ਫਾਰਮੂਲਾ ਕੀ ਹੁੰਦਾ, ਇਹਨੂੰ ਕੀ ਕਹਿੰਦੇ ਨੇ, ਦੈਟ ਇਜ਼ ਥਾਇਓਸਾਈਨੇਟੋ, ਕੀ ਕਹਾਂਗੇ ਇਹਨੂੰ, ਥਾਇਓਸਾਈਨੇਟੋ। ਕੋਬਾਲਟੇਟ ਕੀ ਬਣ ਗਿਆ, ਕੋਬਾਲਟੇਟ, ਕਿਉਂਕਿ ਸਾਨੂੰ ਪਤਾ ਹੈ ਕਿ ਜੋ ਕੋਬਾਲਟੇਟ ਹੈ ਦਿਸ ਇਜ਼ ਐਨਾਇਨਿਕ, ਇਹ ਐਨਾਇਨਿਕ ਦੇ ਵਿੱਚ ਆ ਜਾਂਦੇ ਨੇ, ਇਸ ਕਰਕੇ ਦੀ ਜਿਹੜੀ ਆਕਸੀਡੇਸ਼ਨ ਸਟੇਟ ਆ ਜਾਂਦੀ ਹੈ ਦੈਟ ਇਜ਼ 2 ਆਏਗੀ ਆਕਸੀਡੇਸ਼ਨ ਸਟੇਟ, ਔਰ ਇਹਦਾ ਨਾਮ ਵੀ ਚੇਂਜ ਹੋ ਗਿਆ, ਦੇਖੋ ਦਿਸ ਇਜ਼ ਕੋਬਾਲਟੇਟ, ਓਕੇ। ਨੈਕਸਟ ਹੈਗਾ ਨੇਮਿੰਗ ਆਫ ਕੰਪਾਊਂਡਸ। ਹੋਰ ਦੇਖ ਸਕਦੇ ਹੋ ਤੁਸੀਂ ਨੇਮਿੰਗ ਆਫ ਕੰਪਾਊਂਡਸ ਇਹਦੇ ਵਿੱਚ ਕਲੀਅਰ ਕੀਤਾ ਗਿਆ। ਪਹਿਲੀ ਐਗਜ਼ਾਮਪਲ ਦੇਖੋ, ਦੈਟ ਇਜ਼ KAgCN2। ਹੁਣ ਇਹਦੀ ਨੇਮਿੰਗ ਜਿਹੜੀ ਹੈ ਆ ਲਿਖੀ ਹੋਈ ਹੈ ਨੀਚੇ, ਓਕੇ। ਪਹਿਲਾਂ ਤਾਂ ਇਹ ਦੇਖੋ ਕਿ ਜੋ ਨੈਗੇਟਿਵ ਹੈ, ਇਹ ਜਿਹੜਾ ਪੋਰਸ਼ਨ ਹੈ, ਠੀਕ ਹੈ ਨਾ, ਇਹ ਨੈਗੇਟਿਵ ਹੈ, ਇਸ ਕਰਕੇ ਸਾਨੂੰ ਪਤਾ ਹੈ ਕਿ ਇਹ ਐਨਾਇਨਿਕ ਹੈ, ਓਕੇ। ਜੇ ਇਹ ਐਨਾਇਨਿਕ ਹੈ ਤਾਂ Ag ਜੋ ਹੈ ਇਹਨੂੰ ਸਿਲਵਰ ਨਹੀਂ ਕਹਾਂਗੇ ਅਸੀਂ, ਇਹ ਅਰਜਨਟੇਟ ਬਣੇਗਾ। ਇਹਨੂੰ ਇਹਦੀ ਸੈਂਸ ਕੀ ਜਿਵੇਂ ਚੇਂਜ ਹੋ ਜੂਗੀ, ਅਰਜਨਟੇਟ ਡਿਊ ਟੂ ਐਨਾਇਨਿਕ। ਹੁਣ ਆਕਸੀਡੇਸ਼ਨ ਨੰਬਰ ਦੀ ਰਿਕੁਆਇਰਮੈਂਟ ਹੈ, ਤਾਂ ਆਕਸੀਡੇਸ਼ਨ ਨੰਬਰ ਸਾਨੂੰ ਕੱਢਣਾ ਹੁੰਦਾ ਹੀ ਹੈ। ਕਿੱਦਾਂ ਕੱਢਦੇ ਹੁੰਦੇ ਆ, ਦੈਟ ਇਜ਼ +1, ਦਿਸ ਇਜ਼ ਇਹਦਾ ਕੱਢਣਾ ਹੈ, ਦਿਸ ਇਜ਼ x +2 ਇੰਟੂ -1, ਕਿਉਂਕਿ CN ਦੇ ਉੱਤੇ ਜਿਹੜਾ ਚਾਰਜ ਹੁੰਦਾ ਦੈਟ ਇਜ਼ -1 ਇਜ਼ ਇਕੁਅਲ ਟੂ 0, ਕਿਉਂਕਿ ਉੱਪਰ ਕੋਈ ਪਾਵਰ ਨਹੀਂ ਹੈਗੀ, ਸੋ ਇਸ ਕਰਕੇ 0 ਦੇ ਕੋਲ ਰੱਖ ਕੇ ਇੱਥੋਂ x ਕੱਢ ਲਓ, 1 ਆ ਗਿਆ। ਚਲੋ ਇਹਦੀ ਹੁਣ ਲਿਖੋ, ਦੈਟ ਇਜ਼ ਇਹਦੀ ਨੇਮਿੰਗ ਕੀ ਬਣੇਗੀ, ਪੋਟਾਸ਼ੀਅਮ, ਜੋ ਬਾਹਰ ਐਂਟਿਟੀ ਤੋਂ ਉਹਨੂੰ ਪਹਿਲਾਂ ਲਿਖ ਸਕਦੇ ਹਾਂ, ਪੋਟਾਸ਼ੀਅਮ ਡਾਈ, ਓਕੇ, ਡਾਈਸਾਈਨੋ ਅਰਜਨਟੇਟ, ਕੀ ਆ ਜਾਏਗਾ, ਅਰਜਨਟੇਟ 1। ਇਹ 1 ਕਿਹਦੇ ਆਕਸੀਡੇਸ਼ਨ ਸਟੇਟ ਹੈ, 1 ਆਕਸੀਡੇਸ਼ਨ ਸਟੇਟ ਹੈਗੀ ਹੈ ਸਿਲਵਰ ਦੀ, ਮੀਨਸ Ag ਦੀ, ਓਕੇ ਜੀ। ਨੈਕਸਟ ਦੇਖੋ, ਨੈਕਸਟ ਪੋਰਸ਼ਨ ਕੀ ਕਹਿ ਰਿਹਾ ਹੈ, ਪਲੈਟੀਨਮ ClNO2NH3 4SO4। ਦੇਖੋ ਇਹਦੇ ਵਿੱਚ ਕਿੰਨੇ ਲੀਗੈਂਡਸ ਲੱਗੇ ਹੋਏ ਨੇ, ਠੀਕ ਹੈ ਨਾ, ਸਭ ਦੀ ਨੇਮਿੰਗ ਕਰਨੀ ਆ। ਔਰ ਦੱਸਿਆ ਸੀ ਨਾ ਰੂਲ ਦੇ ਵਿੱਚ ਕਿ ਐਲਫਾਬੈਟਿਕਲੀ ਕਰਨੀ ਹੈ, ਕਿੱਦਾਂ ਕਰਨੀ ਹੈ, ਐਲਫਾਬੈਟਿਕਲੀ ਆਰਡਰ ਦੇ ਵਿੱਚ ਕਰਨੀ ਹੈ। ਤੈਨੂੰ ਕਿੱਦਾਂ ਲਿਖਾਂਗੇ, ਦੇਖੋ 4 ਅਮਾਈਨੋ, ਹੈ ਨਾ, 4 ਮਤਲਬ ਟੈਟਰਾ, ਤੁਸੀਂ ਕਿਹੜਾ ਵਰਡ ਯੂਜ਼ ਕਰਨਾ, ਟੈਟਰਾ। ਅਮਾਈਨੋ, ਇਹਨੂੰ ਬੋਲ ਕੇ ਦੇਖੋ, ਏ ਦੀ ਸਾਊਂਡ ਆ ਰਹੀ ਹੈ, ਅਮਾਈਨੋ, ਇਸ ਕਰਕੇ ਇੱਥੇ ਕੀ ਆ ਜਾਊਗਾ, ਅਮਾਈਨ। ਫਿਰ ਕਿਹਦੀ ਆਵਾਜ਼ ਆ ਰਹੀ ਹੈ, ਦੇਖੋ ਸਾਊਂਡ ਦੇਖੋ, Cl, ਕਲੋਰਾਈਡੋ, ਠੀਕ ਹੈ ਨਾ, ਕਿੱਦਾਂ ਲਿਖਾਂਗੇ, ਕਲੋਰਾਈਡੋ। ਫਿਰ ਕਿਹਦੀ ਸੈਂਸ ਆ ਰਹੀ ਹੈ, ਅਲਫਾਬੈਟਿਕਲ ਆਰਡਰ ਦੇ ਵਿੱਚ ਸਾਊਂਡ ਦੇਖੋ N ਦੀ, ਮੀਨਸ ਪਹਿਲਾਂ A ਆਉਂਦਾ ਹੈ, ਫਿਰ C ਆਉਂਦਾ ਹੈ, ਫਿਰ N ਆਉਂਦਾ ਹੈ ਅਲਫਾਬੈਟਿਕਲ ਦੇ ਅਕੋਰਡਿੰਗ। ਸੋ ਫਿਰ ਆ ਗਿਆ ਨਾਈਟਰਾਈਟੋ N। ਲਾਸਟ ਤੇ ਕੀ ਲਿਖਣਾ ਹੈ, ਮੈਟਲ, ਦੈਟ ਇਜ਼ ਪਲੈਟੀਨਮ, ਓਕੇ, ਦਿਸ ਇਜ਼ ਪਲੈਟੀਨਮ। ਸੋ ਪਲੈਟੀਨਮ ਆ ਗਿਆ। ਪਲੈਟੀਨਮ ਦੀ ਤੁਸੀਂ ਕੱਢ ਕੇ ਦੇਖੋਗੇ, ਆਕਸੀਡੇਸ਼ਨ ਸਟੇਟ ਕੱਢਣੀ ਪੈਣੀ ਆ, ਆਕਸੀਡੇਸ਼ਨ ਸਟੇਟ ਇਹਦੇ ਨਾਲ ਹੀ ਆ ਜੂਗੀ, ਦੈਟ ਇਜ਼ 4, ਓਕੇ। ਐਂਡ ਲਾਸਟ ਤੇ ਕੀ ਆ ਜੂਗਾ, ਦੈਟ ਇਜ਼ ਸਲਫੇਟ। ਆਕਸੀਡੇਸ਼ਨ ਸਟੇਟ ਦੇਖੋ ਕੱਢੀ ਹੋਈ ਹੈ ਇੱਥੇ, ਜਿਵੇਂ ਇੱਥੇ ਆ ਗਿਆ x, ਇੱਥੇ ਆ ਗਿਆ ਦੈਟ ਇਜ਼ -1, ਇੱਥੇ ਕਿੰਨਾ ਆ ਗਿਆ -1, ਇੱਥੇ ਕਿੰਨਾ ਆ ਗਿਆ 0, ਐਂਡ ਲਾਸਟਲੀ ਕਿਹਦਾ ਆ ਜਾਏਗਾ, ਦੈਟ ਇਜ਼ -2। ਸਾਰਿਆਂ ਨੂੰ ਕਾਊਂਟ ਕਰਨਾ ਹੁੰਦਾ ਹੈ, ਓਕੇ। ਜਦੋਂ ਵੀ ਆਕਸੀਡੇਸ਼ਨ ਸਟੇਟ ਕਰਨੀ ਹੈ ਸਭ ਨੂੰ ਕਾਊਂਟ ਕਰਨਾ ਹੈ, ਇਕੁਅਲ ਟੂ 0। ਸੋ ਉੱਥੋਂ ਆ ਜਾਊਗਾ x ਇਕੁਅਲ ਟੂ 4, ਤਾਂ ਪੁੱਟ ਦਾ ਵੈਲਿਊ ਇੱਥੇ 4 ਆ ਜਾਏਗਾ, ਇੱਥੇ 4 ਆ ਜਾਏਗਾ, ਠੀਕ ਹੈ ਜੀ।
ਨੈਕਸਟ ਹੈਗਾ ਇਹਦਾ ਵੀ ਦੇਖੋ ਸੇਮ, ਇਹਦਾ ਤੁਸੀਂ ਖੁਦ ਟਰਾਈ ਕਰਨਾ, ਜਿੱਦਾਂ ਆਪਾਂ ਉੱਪਰ ਵਾਲਾ ਕੀਤਾ ਟਰਾਈ ਇੱਦਾਂ ਹੀ ਕਰਨਾ ਸੇਮ। ਪੋਟਾਸ਼ੀਅਮ ਪਹਿਲਾਂ ਲਿਖ ਸਕਦੇ ਹਾਂ, ਦੈਟ ਇਜ਼ ਟੈਟਰਾ ਕਲੋਰਾਈਡ, ਦੈਟ ਇਜ਼ ਮਰਕੂਰੇਟ। ਦੇਖੋ ਮਰਕੂਰੇਟ ਲਿਖਿਆ, ਠੀਕ ਹੈ ਨਾ। ਮਰਕੂਰੇਟ ਕਿਉਂ ਆਇਆ, ਕਿਉਂਕਿ ਦਿਸ ਇਜ਼ ਪੋਜ਼ਿਟਿਵ, ਐਂਡ ਜਦੋਂ ਵੀ ਜਦੋਂ ਇਹ ਦੋਨੋਂ ਬ੍ਰੇਕ ਹੋਣਗੇ, ਦਿਸ ਇਜ਼ ਪੋਜ਼ਿਟਿਵ, ਦਿਸ ਇਜ਼ ਨੈਗੇਟਿਵ ਬਣ ਰਿਹਾ ਨਾ, ਨੈਗੇਟਿਵ ਬਣ ਰਿਹਾ ਨਾ, ਐਨਾਇਨਿਕ ਬਣ ਰਿਹਾ ਨਾ। ਸੋ ਸਮਝ ਗਏ, ਤਾਂ ਇਸ ਕਰਕੇ ਇਹਦਾ ਜਿਹੜੀ ਸੈਂਸ ਹੈ ਚੇਂਜ ਹੋਏਗੀ, ਦੈਟ ਇਜ਼ ਮਰਕੂਰੇਟ। ਓਕੇ, ਉੱਪਰ ਵੀ ਦੇਖੋ ਉਹਦੇ ਵਿੱਚ ਸੈਂਸ ਚੇਂਜ ਕੀਤੀ ਸੀ ਆਪਾਂ ਨੇ, ਇਹਨਾਂ ਦੇ ਵਿੱਚ ਚੇਂਜ ਕੀਤੀ ਸੀ ਨਾ। ਦੇਖੋ ਇੱਥੇ ਕੀ ਹੈ ਪੋਜ਼ਿਟਿਵ, ਇਹ ਸਾਰੇ ਦੇ ਕੀ ਹੈ ਨੈਗੇਟਿਵ, ਦੈਟ ਮੀਨ ਇਹ ਜੋ ਦਿਸ ਪੋਰਸ਼ਨ ਹੈ ਇਹਦੇ ਉੱਪਰ ਨੈਗੇਟਿਵ ਚਾਰਜ ਹੈ, ਇਸ ਕਰਕੇ ਇਹਦੀ ਸੈਂਸ ਚੇਂਜ ਹੋਏਗੀ। ਇੱਕ ਇੱਥੇ ਜਿਹੜੀ ਹੈਗੀ ਹੈ ਇਹਦੀ ਸੈਂਸ ਦੇਖੋ ਇਹਦੇ ਵਿੱਚ, ਦੈਟ ਇਜ਼ ਕੋਬਾਲਟ। ਓਕੇ, ਇਹਦੇ ਵਿੱਚ ਕਿਉਂ ਨਹੀਂ ਸੈਂਸ ਚੇਂਜ ਹੋਈ, ਦੇਖੋ ਤੁਸੀਂ ਖੁਦ ਦੇਖੋ, ਦਿਸ ਇਜ਼ ਨੈਗੇਟਿਵ, ਕਲੋਰੀਨ ਇਜ਼ ਨੈਗੇਟਿਵ ਐਂਡ ਦਿਸ ਇਜ਼ ਪੋਜ਼ਿਟਿਵ। ਐਨਾਇਨਿਕ ਦੀ ਬਜਾਏ ਇਹ ਕੀ ਬਣ ਰਿਹਾ ਹੈ, ਐਨਾਇਨਿਕ ਦੀ ਬਜਾਏ ਇਹ ਤਾਂ ਕੈਟਾਇਨ ਬਣ ਰਿਹਾ ਹੈ। ਓਕੇ, ਦਿਸ ਇਜ਼ ਕੈਟਾਇਨ, ਕੈਟਾਇਨਿਕ ਦੇ ਵਿੱਚ ਤੁਸੀਂ ਕੋਬਾਲਟ ਨੂੰ ਐਜ਼ ਇਟ ਇਜ਼ ਲਿਖਣਾ ਹੈ, ਨੋ ਚੇਂਜ। ਓਕੇ, ਇੱਥੇ ਵੀ ਤੁਸੀਂ ਦੇਖ ਸਕਦੇ ਹੋ, ਇੱਥੇ ਤਾਂ ਦੱਸਣ ਦੀ ਲੋੜ ਹੀ ਨਹੀਂ ਹੈ, ਸਿੱਧਾ ਦਿਖ ਰਿਹਾ ਉੱਪਰ ਕਿ ਮਾਈਨਸ ਚਾਰਜ ਹੈ। ਓਕੇ, ਨੈਗੇਟਿਵ ਦੇ ਵਿੱਚ ਹੈ, ਸੋ ਦਿਸ ਇਜ਼ ਐਨਾਇਨਿਕ। ਇੱਥੇ ਤਾਂ ਚੇਂਜ ਕਰਨਾ ਹੀ ਹੈ ਕੋਬਾਲਟੇਟ, ਇੱਥੇ ਨਹੀਂ ਕਰਨਾ ਕਿਉਂਕਿ ਇਹ ਪੋਜ਼ਿਟਿਵ ਚਾਰਜਡ ਹੈ। ਓਕੇ, ਕਲੀਅਰ ਹੋ ਗਿਆ। ਸੋ ਨੈਕਸਟ ਜੋ ਦੇਖੋ, ਉਸ ਤੋਂ ਬਾਅਦ ਆ ਜਾਂਦਾ ਹੈ, ਆਹ 2-3 ਐਗਜ਼ਾਮਪਲਸ ਹੋਰ ਦਿੱਤੀਆਂ ਹੋਈਆਂ ਨੇ, ਡਿਸਕਸ ਕਰ ਲੈਂਦੇ ਆਪਾਂ ਇਹਨਾਂ ਨੂੰ। ਦਿਸ ਇਜ਼ ਦੇਖੋ 1 2 3। ਓਕੇ, ਹੁਣ ਇਹਨਾਂ ਨੂੰ ਐਲਫਾਬੈਟੀਕਲ ਦੇ ਵਿੱਚ ਦੇਖੋ, ਦਿਸ ਇਜ਼ ਅਮਾਈਨ। ਓਕੇ, ਦਿਸ ਇਜ਼ ਨਾਈਟ੍ਰੀਟੋ, ਦਿਸ ਇਜ਼ ਕਲੋਰਾਈਡੋ। ਸੋ ਦੇਖ ਲਓ, ਇਹ ਸਭ ਤੋਂ ਪਹਿਲਾਂ ਆਏਗਾ ਟਰਾਈ ਐਮਾਈਨ, ਫਿਰ ਕੌਣ ਆਏਗਾ ਡਾਈ ਕਲੋਰਾਈਡੋ, ਫਿਰ ਕੌਣ ਆਏਗਾ ਨਾਈਟ੍ਰੀਟੋ ਐਨ ਕੋਬਾਲਟ। ਓਕੇ, ਦੈਟ ਇਜ਼ 3। ਇੱਥੇ ਜੋ ਹੈ ਚੇਂਜ ਨਹੀਂ ਕਰਨਾ ਤੁਸੀਂ, ਬਿਕੋਜ਼ ਇੱਥੇ ਇਹ ਐਨਾਇਨਿਕ ਸਾਨੂੰ ਕਿਸੇ ਵੀ ਤਰ੍ਹਾਂ ਦਿਖ ਨਹੀਂ ਰਿਹਾ, ਇਸ ਕਰਕੇ ਨੋ ਚੇਂਜ, ਇਹ 'ਚ ਕੋਈ ਚੇਂਜ ਨਹੀਂ ਕਰਨੀ। ਨੈਕਸਟ ਦੇਖੋ ਅੱਗੇ ਕੀ ਹੈ, ਟੈਟਰਾ ਐਕਵਾ, ਇਹਨੂੰ ਕੀ ਕਹਾਂਗੇ ਟੈਟਰਾ ਐਕਵਾ ਡਾਈਕਲੋਰਾਈਡੋ, ਡਾਈਕਲੋਰਾਈਡੋ ਕ੍ਰੋਮੀਅਮ। ਠੀਕ ਹੈ ਜੀ, ਕ੍ਰੋਮੀਅਮ ਨਾਈਟ੍ਰੇਟ, ਇਹਦੇ ਵਿੱਚ ਵੀ ਸੈਂਸ ਦੇ ਵਿੱਚ ਚੇਂਜ ਨਹੀਂ ਆਇਆ, ਸੋ ਸਮਝ ਸਕਦੇ ਹੋ ਵੀ ਇਹ ਜੋ ਹੈ ਐਨਾਇਨਿਕ ਨਹੀਂ ਹੈਗਾ। ਨੈਕਸਟ ਦੇਖੋ, ਦਿਸ ਇਜ਼ ਪੋਟਾਸ਼ੀਅਮ, ਪੋਟਾਸ਼ੀਅਮ ਦੇਖੋ ਐਂਟਿਟੀ ਤੋਂ ਬਾਹਰ ਹੈ, ਇਸ ਕਰਕੇ ਇਹਨੂੰ ਲਿਖਿਆ ਜਾ ਸਕਦਾ ਹੈ। ਐਂਟਿਟੀ ਦੇ ਅੰਦਰ ਵਾਲਾ ਪੋਰਸ਼ਨ ਦੇਖੋ, ਪਹਿਲਾਂ ਇਹਨੂੰ ਲਿਖਿਆ ਜਾਊਗਾ, ਦਿਸ ਇਜ਼ ਅਮਾਈਨ। ਓਕੇ, ਸਿੰਗਲ ਹੈ ਨਾ ਤਾਂ ਅਮਾਈਨ। ਟਰਾਈਕਲੋਰਾਈਡੋ ਐਂਡ ਪਲੈਟੀਨੇਟ, ਠੀਕ ਹੈ ਜੀ, ਪਲੈਟੀਨੇਟ ਕਿਉਂ ਲਿਖਿਆ ਗਿਆ ਪਲੈਟੀਨੇਟ, ਸੈਂਸ ਚੇਂਜ ਕਿਉਂ ਹੋਈ, ਦਿਸ ਇਜ਼ ਪੋਜ਼ਿਟਿਵ ਐਂਡ ਦਿਸ ਇਜ਼ ਨੈਗੇਟਿਵ। ਦੇਖੋ ਦਿਸ ਇਜ਼ ਐਨਾਇਨਿਕ। ਓਕੇ, ਇਹ ਐਨਾਇਨਿਕ ਹੈ, ਜੇ ਐਨਾਇਨਿਕ ਹੈ ਤਾਂ ਸੈਂਸ ਚੇਂਜ ਹੋਏਗੀ। ਆਈ ਥਿੰਕ ਸਮਝ ਗਏ ਹੋਵੋਗੇ ਤੁਸੀਂ, ਇਹਦੇ ਨਾਲ ਹੀ ਮੈਂ ਤੁਹਾਨੂੰ ਕਰਵਾ ਦਿੱਤਾ ਪ੍ਰੈਕਟਿਸ। ਸੋ ਜੋ ਹੈ ਮਾਸਟਰ ਕੈਡਰ ਪ੍ਰੀਵੀਅਸ ਈਅਰ ਕੁਐਸਚਨਸ ਹੁਣ ਅਸੀਂ ਦੇਖ ਲੈਂਦੇ ਹਾਂ, ਜੋ ਆਏ ਹੋਏ ਸੀ ਐਗਜ਼ਾਮ ਦੇ ਵਿੱਚ 2016 ਦੇ ਵਿੱਚ ਆਏ ਹੋਏ ਸੀਗੇ, ਮੈਨੂੰ ਲੱਗਦਾ ਹਾਂ 2016 ਦੇ ਵਿੱਚ ਹੀ ਆਏ ਹੋਏ ਸੀ। ਓਕੇ, ਸੋ ਉਹਨਾਂ ਨੂੰ ਦੇਖਦੇ ਹਾਂ ਹੁਣ ਕਿ ਅਸੀਂ ਕਰ ਪਾ ਰਹੇ ਹਾਂ ਉਹਨਾਂ ਕੁਐਸਚਨਸ ਨੂੰ ਜਾਂ ਨਹੀਂ ਕਰ ਪਾ ਰਹੇ। ਕੋਆਰਡੀਨੇਸ਼ਨ ਨੰਬਰ, ਦਿਸ ਇਜ਼ ਕੋਆਰਡੀਨੇਸ਼ਨ ਨੰਬਰ, ਇਹਨੂੰ ਦੇਖਦੇ ਹਾਂ ਅਸੀਂ। ਕੋਆਰਡੀਨੇਸ਼ਨ ਨੰਬਰ ਮੈਂ ਤੁਹਾਨੂੰ ਸਮਝਾ ਦਿੰਦੀ ਹਾਂ ਇਹਦਾ ਕਨਸੈਪਟ, ਅਗਰ ਨਹੀਂ ਵੀ ਆਇਆ ਸਾਡੇ ਥਿਊਰੀ ਦੇ ਵਿੱਚ। ਇਹ ਦੇਖੋ ਕੋਆਰਡੀਨੇਸ਼ਨ ਨੰਬਰ ਕੀ ਹੁੰਦਾ ਹੈ, ਇਹਨਾਂ ਨੇ ਕਿਹਦਾ ਪੁੱਛਿਆ TH ਦਾ, ਦਿਸ ਇਜ਼ TH ਥੈਲੀਅਮ। ਇਹਦੇ ਵਿੱਚ ਨਾ ਤੁਸੀਂ ਦੱਸਣਾ ਇਹਦਾ ਕੋਆਰਡੀਨੇਸ਼ਨ ਨੰਬਰ ਕਿੰਨਾ, ਮੀਨਸ ਥੈਲੀਅਮ ਦੇ ਅਰਾਊਂਡ ਕਿੰਨੇ ਜੋ ਹੈ ਬੌਂਡ ਬਣ ਰਹੇ ਨੇ। ਓਕੇ, ਕੋਆਰਡੀਨੇਸ਼ਨ ਬੌਂਡ, ਕੋਆਰਡੀਨੇਸ਼ਨ ਬੌਂਡ ਕੌਣ ਬਣਾਉਂਦਾ ਹੁੰਦਾ, ਜਿਵੇਂ ਥੈਲੀਅਮ ਕੋਆਰਡੀਨੇਸ਼ਨ ਬੌਂਡ ਕੌਣ ਬਣਾਏਗਾ ਇਹਦੇ ਅਰਾਊਂਡ, ਠੀਕ ਹੈ ਨਾ, ਇਹਦੇ ਅਰਾਊਂਡ ਕੌਣ ਬਣਾਏਗਾ, ਜੋ ਇਸਨੂੰ ਡੋਨੇਟ ਕਰ ਰਿਹਾ, ਜੋ ਇਸਨੂੰ ਡੋਨੇਟ ਕਰ ਰਿਹਾ। ਤੁਸੀਂ ਉਹੀ ਚੈੱਕ ਕਰਨਾ ਹੈ ਕਿ ਕਿੰਨੇ ਡੋਨੇਟ ਕਰ ਰਹੇ ਨੇ, ਠੀਕ ਹੈ ਨਾ, ਕੀ ਚੈੱਕ ਕਰਨਾ ਹੈ ਕਿੰਨੇ ਡੋਨੇਟ ਕਰ ਰਹੇ ਨੇ। ਸੋ ਆਕਜ਼ੀਲੇਟ ਆਇਨ ਹੈ, ਸਭ ਤੋਂ ਪਹਿਲਾਂ ਆਕਜ਼ੀਲੇਟ ਆਇਨ ਦੀ ਤੁਹਾਨੂੰ ਜੋ ਹੈ ਸਟਰਕਚਰ ਪਤਾ ਹੋਣੀ ਚਾਹੀਦੀ ਆ। ਇੱਕ ਆਕਜ਼ੀਲੇਟ ਦੇ ਵਿੱਚ ਕਿੰਨੇ ਡੋਨੇਟ ਕਰ ਰਹੇ ਨੇ, 2, ਠੀਕ ਹੈ ਜੀ, ਤਾਂ 4 ਦੇ ਵਿੱਚ ਕਿੰਨੇ ਕਰਨਗੇ, ਸਮਝ ਗਏ ਨਾ। ਇੱਕ ਆਕਜ਼ੀਲੇਟ ਦੇ ਵਿੱਚ 2 ਡੋਨੇਟ ਕਰ ਰਹੇ ਨੇ, ਬਟ ਸਾਡੇ ਕੋਲ 4 ਨੇ, ਤਾਂ 4 ਦੇ ਵਿੱਚ ਕਿੰਨੇ ਡੋਨੇਟ ਕਰਨਗੇ, 8 ਕਰਨਗੇ, ਠੀਕ ਹੈ ਨਾ। ਤਾਂ ਫਿਰ ਇਹਦੇ ਆਲੇ ਦੁਆਲੇ ਕਿੰਨਾ ਆ ਜਾਊਗਾ, ਦੈਟ ਇਜ਼ 8। ਆ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ। ਓਕੇ, ਤਾਂ 8 ਡੋਨਰ ਨੇ, ਜਿੰਨੇ ਡੋਨਰ ਐਟਮ ਹੋਣਗੇ ਉਨਾ ਹੀ ਉਹਦਾ ਕੋਆਰਡੀਨੇਸ਼ਨ ਨੰਬਰ ਹੋਏਗਾ, ਠੀਕ ਹੈ ਜੀ। ਸੋ ਇਹਦਾ ਆਂਸਰ ਕੀ ਆ ਜਾਊਗਾ, 8 ਇਜ਼ ਦਾ ਕਰੈਕਟ ਆਂਸਰ। ਨੈਕਸਟ ਹੈਗਾ ਦਾ ਕੋਆਰਡੀਨੇਸ਼ਨ ਨੰਬਰ ਆਫ, ਦੈਟ ਇਜ਼ U, U ਇਜ਼ ਵਾਟ, ਦਿਸ ਇਜ਼ ਯੂਰੇਨੀਅਮ ਇਨ ਦੈਟ ਇਜ਼ ਦਿਸ ਇਜ਼ ਕੰਪਾਊਂਡ। ਓਕੇ, ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਜੋ U ਹੈ, U ਦਾ ਕੋਆਰਡੀਨੇਸ਼ਨ ਨੰਬਰ ਕੀ ਹੈ। ਉਹੀ ਗੱਲ ਆ ਗਈ ਡੋਨਰ ਐਟਮ, ਠੀਕ ਹੈ ਨਾ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ U ਨੂੰ ਸੈਂਟਰ ਤੇ ਲੈਣਾ,
ਜਿਹੜਾ ਇਹ ਵਾਲਾ ਗਰੁੱਪ ਹੈ, ਦਿਸ ਗਰੁੱਪ, ਇਹ ਗਰੁੱਪ ਨੂੰ ਕਿਹਾ ਜਾਂਦਾ ਹੈਗਾ ਦੈਟ ਇਜ਼, ਇਹ ਕਿਹੜਾ ਗਰੁੱਪ ਹੈ, ਦਿਸ ਇਜ਼ ਐਸੀਟੇਟੋ। ਇਹਦੇ ਵਿੱਚ ਕੀ ਹੁੰਦਾ, ਹੈਗੇ ਕਿੰਨੇ, 3। ਇੱਕ ਐਸੀਟੇਟੋ ਇੱਕੋ ਹੀ ਡੋਨੇਟ ਕਰਦਾ ਹੈ, ਓਕੇ। ਤਾਂ ਸਾਡੇ ਕੋਲ ਕਿੰਨੇ ਨੇ, 3। ਦੈਟ ਮੀਨ 3 ਡੋਨਰ ਐਟਮ ਇਹਦੇ ਵਿੱਚ ਹੋ ਗਏ। 3 ਨੇ ਸਾਡੇ ਕੋਲ, ਦੇਖੋ ਕੰਪਾਊਂਡ ਦੇ ਵਿੱਚ ਦੇਖੋ 3 ਨੇ ਨਾ, ਤਾਂ 3 ਡੋਨਰ ਐਟਮ ਇਹਦੇ ਵਿੱਚ ਹੋ ਗਏ। ਐਂਡ O2 ਇੱਕ ਆਕਸੀਜਨ ਡੋਨੇਟ ਕਰੂਗਾ, ਇੱਥੇ 2 ਆਕਸੀਜਨ ਪ੍ਰੈਜ਼ੈਂਟ ਨੇ, ਠੀਕ ਹੈ ਨਾ, ਤਾਂ 2 ਆਕਸੀਜਨ ਹੋ ਗਏ ਡੋਨਰ, ਓਕੇ। ਤਾਂ ਟੋਟਲ ਕਿੰਨੇ ਹੋ ਗਏ, 3 + 2 ਦੈਟ ਇਜ਼ 5। ਟੋਟਲ ਡੋਨਰ ਜਿਹੜੇ ਨੇ 5 ਹੋ ਚੁੱਕੇ ਨੇ, ਓਕੇ। 3 ਇਹਦੇ ਵਿੱਚ ਪ੍ਰੈਜ਼ੈਂਟ ਸੀ, 2 ਇਹਦੇ ਵਿੱਚ ਪ੍ਰੈਜ਼ੈਂਟ ਸੀ, ਇਸ ਕਰਕੇ 3 ਕਿਹਦੇ ਵਿੱਚ ਪ੍ਰੈਜ਼ੈਂਟ ਸੀ, ਐਸੀਟੇਟੋ ਦੇ ਵਿੱਚ। ਐਂਡ 2 ਕਿਹਦੇ ਵਿੱਚ ਪ੍ਰੈਜ਼ੈਂਟ ਸੀ, ਆਕਸੀਜਨ ਦੇ ਵਿੱਚ ਕਿੰਨੇ ਪ੍ਰੈਜ਼ੈਂਟ ਸੀ, ਦੈਟ ਇਜ਼ 2। ਤਾਂ ਟੋਟਲ ਕਿੰਨੇ ਹੋ ਗਏ, ਦੈਟ ਇਜ਼ 5, ਓਕੇ ਜੀ। ਇਹਦਾ ਜਿਹੜਾ ਆਂਸਰ ਸੀਗਾ, ਆਂਸਰ ਕੀ ਦੇ ਅਕੋਰਡਿੰਗ ਗਲਤ ਲਿਖਿਆ ਹੋਇਆ ਸੀ ਉਹਨਾਂ ਨੇ, ਉਹਦੇ ਵਿੱਚ ਮੈਨੂੰ ਲੱਗਦਾ ਵੀ 8 ਲਿਖਿਆ ਹੋਇਆ ਸੀ, ਇਹ ਰੋਂਗ ਹੈ ਜੀ ਆਂਸਰ ਇਹਦਾ, ਓਕੇ। ਕਾਫੀ ਕੁਐਸਚਨ ਜਿਹੜੇ ਨੇ ਰੋਂਗ ਦਿੱਤੇ ਹੁੰਦੇ ਨੇ ਆਂਸਰ ਉਹਨਾਂ ਦੇ, ਸੋ ਤੁਸੀਂ ਇੱਕ ਕਨਸੈਪਟ ਦੇ ਨਾਲ ਪੜ੍ਹਿਆ ਕਰੋ, ਉਹਨੂੰ ਐਦਾਂ ਹੀ ਨਹੀਂ ਸਮਝ ਕੇ ਕਰਨਾ, ਠੀਕ ਹੈ। ਸੋ ਇਹਦਾ ਆਂਸਰ 5 ਆਏਗਾ। ਤੁਸੀਂ ਜਸਟ ਇਹ ਦੇਖਣਾ ਕਿ ਡੋਨਰ ਕਿੰਨੇ ਨੇ, ਔਰ ਡੋਨਰ ਤੁਹਾਨੂੰ ਪਤਾ ਹੋਣਗੇ ਤਾਂ ਜੇਕਰ ਤੁਹਾਨੂੰ ਟੇਬਲ ਯਾਦ ਹੋਏਗਾ, ਠੀਕ ਹੈ ਨਾ, ਜਿਹੜਾ ਮੈਂ ਤੁਹਾਨੂੰ ਟੇਬਲ ਦੱਸਿਆ ਸੀਗਾ ਕਿ ਐਨਾਇਨਿਕ ਦਾ ਟੇਬਲ ਤੁਸੀਂ ਲਰਨ ਕਰੋ। ਇਸ ਟੇਬਲ ਤੋਂ ਬਿਨਾਂ ਜੋ ਹੈ ਤੁਸੀਂ ਨਹੀਂ ਕਰ ਪਾਓਗੇ ਜੀ। ਇਹ ਟੇਬਲ ਇਸ ਲਈ ਤੁਹਾਡੇ ਲਈ ਇੰਪੋਰਟੈਂਟ ਬਣ ਜਾਂਦਾ ਹੈ ਕਿਉਂਕਿ ਲਾਸਟ ਈਅਰ ਕੁਐਸਚਨ ਇਹ ਟੇਬਲ ਜੇ ਤੁਹਾਨੂੰ ਆਉਂਦਾ ਹੋਊਗਾ ਤੁਸੀਂ ਤਾਂ ਕਰ ਸਕਦੇ ਹੋ, ਓਕੇ। ਅਦਰਵਾਈਜ਼ ਇਹ ਟੇਬਲ ਤੋਂ ਬਿਨਾਂ ਤੁਸੀਂ ਕੁਐਸਚਨ ਨੂੰ ਸੋਲਵ ਨਹੀਂ ਕਰ ਸਕਦੇ। 100% ਤੁਹਾਨੂੰ ਇਹ ਲਰਨ ਕਰਨਾ ਪਊਗਾ, ਫਿਰ ਹੀ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਨੇ ਹੋ ਸਕਦੇ ਨੇ। ਤੁਹਾਨੂੰ ਦਿਖ ਹੀ ਰਿਹਾ ਕਿ ਇੱਦਾਂ ਕੁਐਸਚਨ ਆਇਆ ਹੋਇਆ ਸੀ 2016 ਦਾ, ਜੇ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਜੋ ਡੋਨੇਟ ਕਿੰਨੇ ਕਰਦੇ ਨੇ, ਸੋ ਨਹੀਂ ਹੋ ਪਾਏਗਾ, ਓਕੇ। ਦੇਖੋ ਹੁਣ ਡੂ ਪ੍ਰੈਕਟਿਸ ਦੇ ਵਿੱਚ ਤੁਸੀਂ ਇਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸੈਂਡ ਕਰਨੇ ਨੇ ਆਂਸਰਸ, ਮੈਂ ਚੈੱਕ ਕਰੂੰਗੀ, ਰਿਪਲਾਈ ਕਰੂੰਗੀ ਕਿ ਕਰੈਕਟ ਜੋ ਹੈਗੇ ਨੇ ਤੁਹਾਡੇ ਕਿ ਨਹੀਂ ਹੈਗੇ। ਤੁਸੀਂ ਇੱਕ ਤਾਂ ਇਹਦਾ ਕੋਆਰਡੀਨੇਸ਼ਨ ਨੰਬਰ ਦੱਸਣਾ ਵੀ ਕਿੰਨਾ ਹੈ, ਠੀਕ ਹੈ ਜੀ, ਮੀਨਸ ਤੁਹਾਨੂੰ ਇਹਦੇ ਬਾਰੇ ਪੂਰਾ ਜਿਹੜਾ ਹੈ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਐਂਡ ਕੋਆਰਡੀਨੇਸ਼ਨ ਨੰਬਰ ਤੁਸੀਂ ਇਸ ਕੰਪਾਊਂਡ ਦਾ ਦੱਸਣਾ ਅਤੇ ਇਹਦੇ ਵਿੱਚ ਤੁਹਾਨੂੰ ਇਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ, ਦੈਟਸ ਇਟ, ਓਕੇ। ਸੋ ਕਮੈਂਟ ਦੇ ਵਿੱਚ, ਕਮੈਂਟ ਬਾਕਸ ਦੇ ਵਿੱਚ ਆਂਸਰ ਕਰਿਓ ਇਹਦਾ। ਸੋ ਜੇਕਰ ਤੁਹਾਨੂੰ ਵੀਡੀਓ ਜਾਂ ਇਹ ਸਟੱਡੀ ਮਟੀਰੀਅਲ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਪਲੀਜ਼ ਲਾਈਕ ਕਰਿਓ, ਐਂਡ ਆਪਣੇ ਫਰੈਂਡਸ ਨਾਲ, ਡੀਅਰ ਨੀਅਰ ਨਾਲ ਜੋ ਵੀ ਹੈ ਉਹਦੇ ਨਾਲ ਸ਼ੇਅਰ ਕਰਿਓ, ਠੀਕ ਹੈ। ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਠੀਕ ਹੈ ਜੀ, ਓਕੇ। ਬੈਸਟ ਆਫ ਲੱਕ, ਥੈਂਕ ਯੂ, ਥੈਂਕ ਯੂ, ਥੈਂਕ ਯੂ ਅਲਾਟ।